ਸਤਿ ਸ੍ਰੀ ਅਕਾਲ ਦੋਸਤੋ, ਅੱਜ ਆਪਾਂ ਕਹਾਣੀ ਪੜਾਂਗੇ ਪੜ੍ਹੀ ਲਿਖੀ ਸੰਸਕਾਰੀ ਲੜਕੀ ਦੀ ਜ਼ਿੰਦਗੀ ਤੇ ਬੀਤੀ ਦਰਦਨਾਕ ਕਹਾਣੀ। ਸਾਡੇ ਵਿਆਹ ਨੂੰ 7 ਸਾਲ ਹੋ ਗਏ ਸਨ, ਪਰ ਮੈਂ ਉਸਨੂੰ ਇੱਕ ਬੱਚਾ ਨਾ ਦੇ ਸਕੀ। ਮੈਂ ਹਰ ਰੋਜ਼ ਲੋਕਾਂ ਦੇ ਤਾਨੇ ਸੁਣਦੀ ਸੀ। ਫਿਰ ਇੱਕ ਦਿਨ ਮੈਂ ਆਪਣੇ ਪਤੀ ਦੇ ਪੈਰੀਂ ਬੈਠ ਗਈ ਕਿ ਕਿਰਪਾ ਕਰਕੇ ਉਹ ਦੂਜਾ ਵਿਆਹ ਕਰਵਾ ਲਵੇ, ਪਰ ਉਹ ਨਹੀਂ ਮੰਨ ਰਿਹਾ ਸੀ। ਫਿਰ ਮੈਂ ਆਪਣੀ ਸਹੁੰ ਦਿੱਤੀ। ਉਹ ਪਹਿਲਾਂ ਤਾਂ ਬਹੁਤ ਰੋਇਆ, ਫਿਰ ਮੰਨ ਗਿਆ। ਫਿਰ ਸਾਡਾ ਇਹ ਫੈਸਲਾ ਸੁਣ ਕੇ ਸਭ ਬਹੁਤ ਖੁਸ਼ ਹੋਏ ਅਤੇ ਫਿਰ ਵਿਆਹ ਦਾ ਸਮਾਂ ਆਇਆ। ਉਹ ਤਿਆਰ ਹੋ ਗਿਆ, ਲਾੜਾ ਬਣ ਗਿਆ ਅਤੇ ਸਭ ਤੋਂ ਵੱਧ ਖੁਸ਼ ਮੈਂ ਹੀ ਲੱਗ ਰਹੀ ਸੀ। ਉਸਦੇ ਵਿਆਹ ਵਾਲੀ ਰਾਤ ਮੈਨੂੰ ਅੱਜ ਵੀ ਯਾਦ ਹੈ ਕਿ ਸਾਰੀ ਰਾਤ ਕਮਰੇ ਦੇ ਬਾਹਰ ਜ਼ਮੀਨ 'ਤੇ ਬੈਠੀ ਰਹੀ। ਉਹ ਰਾਤ ਬਹੁਤ ਲੰਬੀ ਲੱਗ ਰਹੀ ਸੀ। ਮੈਂ ਬਹੁਤ ਉਦਾਸ ਮਹਿਸੂਸ ਕਰ ਰਹੀ ਸੀ, ਪਰ ਹੰਝੂ ਇੱਕ ਵੀ ਨਹੀਂ ਸੀ ਨਿਕਲਿਆ। ਦੁਲਹਨ ਤਿਆਰ ਹੋ ਗਈ। ਮੇਰਾ ਪਤੀ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਅਤੇ ਮੇਰੀ ਖੁਸ਼ੀ ਵੀ ਉਸ ਵਿੱਚ ਹੀ ਸੀ। ਅਸਲ ਕਹਾਣੀ ਵਿਆਹ ਤੋਂ ਬਾਅਦ ਸ਼ੁਰੂ ਹੋਈ। ਉਸਨੇ ਪੂਰਾ 1 ਮਹੀਨਾ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਇਹੀ ਚੀਜ਼ ਮੈਨੂੰ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ ਅਤੇ ਮੈਂ ਬਿਮਾਰ ਰਹਿਣ ਲੱਗ ਪਈ। ਮੇਰੇ ਸਹੁਰਿਆਂ ਨੇ ਮੇਰੇ ਪਤੀ ਨੂੰ ਕਹਿ ਕੇ ਮੈਨੂੰ ਮੇਰੀ ਮਾਂ ਦੇ ਘਰ ਭੇਜ ਦਿੱਤਾ। 1 ਸਾਲ ਤੱਕ ਉਹਨਾਂ ਨੇ ਮੇਰੀ ਕੋਈ ਖਬਰ ਨਾ ਲਈ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਉਹ 1 ਸਾਲ ਬਹੁਤ ਔਖਾ ਬੀਤਿਆ। ਇੱਕ ਦਿਨ ਮੇਰੇ ਲਈ ਤਬਾਹੀ ਤੋਂ ਘੱਟ ਨਹੀਂ ਸੀ। 1 ਸਾਲ ਬਾਅਦ ਪਰਮਾਤਮਾ ਨੇ ਉਹਨਾਂ ਨੂੰ ਇੱਕ ਧੀ ਅਤੇ ਇੱਕ ਪੁੱਤਰ ਦਿੱਤਾ। 2 ਬੱਚੇ ਇਕੱਠੇ ਹੋਣ ਕਾਰਨ ਕੰਮ ਵੱਧ ਗਿਆ, ਇਸ ਲਈ ਉਸਨੂੰ ਇੱਕ ਨੌਕਰਾਣੀ ਦੀ ਲੋੜ ਸੀ ਅਤੇ ਉਹ ਮੈਨੂੰ ਲੈਣ ਆ ਗਿਆ। ਮਾਂ-ਬਾਪ ਦੇ ਮਨ੍ਹਾ ਕਰਨ ਦੇ ਬਾਵਜੂਦ ਮੈਂ ਉਸ ਨਾਲ ਜਾਣ ਲਈ ਤਿਆਰ ਹੋ ਗਈ। ਉਹ ਮੇਰੇ ਤੋਂ ਸਾਰਾ ਦਿਨ ਨੌਕਰਾਣੀਆਂ ਵਾਂਗ ਕੰਮ ਕਰਵਾਉਂਦੇ ਸਨ, ਪਰ ਮੈਂ ਇਸ ਵਿੱਚ ਵੀ ਖੁਸ਼ ਸੀ ਕਿਉਂਕਿ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਸਨ। ਮੈਂ ਸਾਰਾ ਦਿਨ ਕੰਮ ਕਰਦੀ ਸੀ ਅਤੇ ਸਾਰੀ ਰਾਤ ਇਕੱਲੇ ਕਮਰੇ ਵਿੱਚ ਜਾ ਕੇ ਕੱਢਦੀ ਸੀ। ਦਿਨ ਲੰਘਦੇ ਗਏ ਅਤੇ ਮੈਨੂੰ ਉਸ ਚੀਜ਼ ਦੀ ਆਦਤ ਹੋ ਗਈ ਸੀ। ਮੈਂ ਸਭ ਕੁਝ ਭੁੱਲ ਗਈ ਸੀ ਜੋ ਮੇਰੇ ਨਾਲ ਹੋਇਆ ਸੀ। ਇੱਕ ਦਿਨ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਹਿਰ ਤੋਂ ਬਾਹਰ ਘੁੰਮਣ ਗਿਆ ਸੀ। ਉੱਥੇ ਉਸ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਵਿੱਚ ਉਹ ਆਪ ਤਾਂ ਬਚ ਗਿਆ ਸੀ, ਪਰ ਉਸ ਦੀ ਪਤਨੀ ਅਤੇ ਬੱਚੇ ਰੱਬ ਨੂੰ ਪਿਆਰੇ ਹੋ ਗਏ ਸਨ। ਉਸ ਦੀ ਪਤਨੀ ਅਤੇ ਬੱਚਿਆਂ ਦੀ ਮੌਤ ਤੋਂ ਬਾਅਦ ਉਹ ਬਹੁਤ ਪਰੇਸ਼ਾਨ ਸੀ ਅਤੇ ਇਸ ਤਰ੍ਹਾਂ 4 ਮਹੀਨੇ ਬੀਤ ਗਏ। ਜਦੋਂ ਉਸ ਦਾ ਦੁੱਖ ਥੋੜ੍ਹਾ ਘੱਟ ਹੋਇਆ ਤਾਂ ਉਸ ਦੀ ਹਾਲਤ ਠੀਕ ਹੋ ਗਈ ਤਾਂ ਫਿਰ ਉਸਨੇ ਮੇਰੇ ਨੇੜੇ ਆਉਣਾ ਸ਼ੁਰੂ ਕਰ ਦਿੱਤਾ। ਪਰ ਪਤਾ ਨਹੀਂ ਕਿਉਂ ਉਸ ਦਾ ਨੇੜੇ ਆਉਣਾ ਮੈਨੂੰ ਅਜੀਬ ਲੱਗਦਾ ਸੀ ਤੇ ਮੈਨੂੰ ਉਸ ਦਾ ਨੇੜੇ ਆਉਣਾ ਚੰਗਾ ਵੀ ਨਹੀਂ ਸੀ ਲੱਗਦਾ। ਪਰ ਮੈਂ ਕੀ ਕਰ ਸਕਦੀ ਸੀ? ਮੈਂ ਬੇਵੱਸ ਸੀ। ਮੈਂ ਨੇੜੇ ਆਉਣ ਤੋਂ ਇਨਕਾਰ ਵੀ ਨਹੀਂ ਸੀ ਕਰ ਸਕਦੀ। ਆਖਰਕਾਰ ਆਦਮੀ ਤਾਂ ਆਦਮੀ ਹੁੰਦਾ ਹੈ, ਉਹ ਆਪਣੇ ਆਪ ਨੂੰ ਐਡਜਸਟ ਕਰ ਲੈਂਦਾ ਹੈ। ਪਰ ਮੈਨੂੰ ਆਪਣੀ ਥਾਂ 'ਤੇ ਵਾਪਸ ਆਉਣ ਲਈ ਸਮਾਂ ਲੱਗਿਆ। ਹੁਣ ਅਸੀਂ ਪਹਿਲਾਂ ਵਾਂਗ ਇਕੱਠੇ ਰਹਿਣ ਲੱਗੇ ਤੇ ਮੈਂ ਵੀ ਦੁਬਾਰਾ ਆਪਣੇ ਆਪ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੈਂ ਹਰ ਸਮੇਂ ਬਣ ਠਣ ਕੇ ਰਹਿੰਦੀ ਸੀ। ਮੈਂ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ। ਮੈਂ ਭੁੱਲ ਗਈ ਸੀ ਜੋ ਉਸਨੇ ਮੇਰੇ ਨਾਲ ਕੀਤਾ ਸੀ। ਮੈਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ। ਸਮਾਂ ਬੀਤਦਾ ਰਿਹਾ ਅਤੇ ਮੈਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਅੱਜ 1 ਸਾਲ 7 ਮਹੀਨੇ ਹੋ ਗਏ ਹਨ ਕਿ ਅਸੀਂ ਦੁਬਾਰਾ ਇਕੱਠੇ ਹੋਏ ਹਾਂ। ਪਤਾ ਨਹੀਂ ਮੇਰੀਆਂ ਖੁਸ਼ੀਆਂ ਨੂੰ ਕਿਸ ਦੀ ਨਜ਼ਰ ਲੱਗ ਗਈ ਅਤੇ ਫਿਰ ਤੋਂ ਉਹਨਾਂ ਦੇ ਵਿਆਹ ਦੀ ਗੱਲ ਸਾਡੇ ਘਰ ਸ਼ੁਰੂ ਹੋ ਗਈ ਅਤੇ ਉਸਦੇ ਪਰਿਵਾਰ ਨੇ ਉਸਨੂੰ ਤੀਜੇ ਵਿਆਹ ਲਈ ਰਾਜ਼ੀ ਕਰ ਲਿਆ। ਪਰ ਇਸ ਵਾਰ ਮੈਂ ਉਸਨੂੰ ਤੀਜਾ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਤੂੰ ਵਿਆਹ ਨਹੀਂ ਕਰੇਂਗਾ, ਪਰ ਉਹ ਨਾ ਮੰਨਿਆ। ਮੈਂ ਉਸਦੇ ਪੈਰ ਫੜ ਕੇ ਬੈਠ ਗਈ ਕਿ ਰੱਬ ਦਾ ਵਾਸਤਾ ਤੂੰ ਤੀਜੀ ਵਾਰ ਵਿਆਹ ਨਾ ਕਰਵਾ, ਪਰ ਉਸਨੇ ਮੇਰੀ ਇੱਕ ਨਹੀਂ ਸੁਣੀ। ਮੈਂ ਸਾਰੀ ਰਾਤ ਰੋਂਦੀ ਰਹੀ, ਪਰ ਉਸ ਨੂੰ ਮੇਰੇ 'ਤੇ ਤਰਸ ਨਹੀਂ ਆਇਆ ਅਤੇ ਆਖਰਕਾਰ ਉਹ ਦਿਨ ਆ ਗਿਆ ਜੋ ਉਸ ਲਈ ਤਾਂ ਖੁਸ਼ੀ ਦਾ ਦਿਨ ਸੀ, ਪਰ ਉਹ ਦਿਨ ਮੇਰੇ ਲਈ ਤਬਾਹੀ ਤੋਂ ਘੱਟ ਨਹੀਂ ਸੀ। ਉਸੇ ਦਿਨ ਮੇਰੇ ਮਾਤਾ-ਪਿਤਾ ਮੈਨੂੰ ਲੈਣ ਆ ਗਏ, ਪਰ ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀ। ਉਸਨੇ ਮੇਰੇ ਮਾਤਾ-ਪਿਤਾ ਨੂੰ ਬਹੁਤ ਬੁਰਾ ਭਲਾ ਕਿਹਾ। ਮੈਂ ਆਪਣੀ ਬੇਇੱਜ਼ਤੀ ਤਾਂ ਬਰਦਾਸ਼ਤ ਕਰ ਸਕਦੀ ਸੀ, ਪਰ ਆਪਣੇ ਮਾਂ-ਬਾਪ ਦੀ ਨਹੀਂ। ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਾਂਦੇ ਹੋਏ ਆਪਣੀ ਧੀ ਨੂੰ ਨਾਲ ਲੈ ਕੇ ਜਾਣਾ ਅਤੇ ਫਿਰ ਮੈਂ ਆਪਣੇ ਮਾਤਾ-ਪਿਤਾ ਨਾਲ ਰੋਂਦੀ ਹੋਈ ਆਪਣੇ ਪੇਕੇ ਘਰ ਵਾਪਸ ਆ ਗਈ। ਮੈਨੂੰ ਮਾਂ ਦੇ ਘਰ ਆਏ ਨੂੰ 2 ਦਿਨ ਹੀ ਹੋਏ ਸਨ ਕਿ ਮੇਰੀ ਤਬੀਅਤ ਅਚਾਨਕ ਵਿਗੜ ਗਈ। ਫਿਰ ਮੈਂ
ਆਪਣੀ ਮਾਂ ਨੂੰ ਲੈ ਕੇ ਹਸਪਤਾਲ ਗਈ। ਫਿਰ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਮੈਂ ਬਹੁਤ ਖੁਸ਼ ਸੀ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜੋ ਵੀ ਉਸਨੇ ਮੇਰੇ ਨਾਲ ਕੀਤਾ ਸੀ ਮੈਂ ਸਭ ਕੁਝ ਭੁੱਲ ਗਈ ਸੀ। ਪਰ ਮੈਂ ਹੁਣ ਉਸਦੇ ਕੋਲ ਨਹੀਂ ਜਾਣਾ ਚਾਹੁੰਦੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਦਮ 'ਤੇ ਜੀਵਾਂਗੀ। ਅਤੇ ਜਦੋਂ ਮੈਂ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਤਾਂ ਮੇਰੇ ਪਿਤਾ ਨੇ ਕਿਹਾ, ਤੁਸੀਂ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਜੀਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇੱਥੇ ਮੈਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਫਿਰ ਮੈਂ ਆਪਣੇ ਪਿਤਾ ਅਤੇ ਭਰਾਵਾਂ ਨਾਲ ਗੱਲ ਕੀਤੀ ਕਿ ਮੈਂ ਨੌਕਰੀ ਕਰਨੀ ਚਾਹੁੰਦੀ ਹਾਂ। ਤਾਂ ਮੇਰੇ ਭਰਾਵਾਂ ਨੇ ਕਿਹਾ ਕਿ ਅਸੀਂ ਮਰ ਗਏ ਹਾਂ, ਤੈਨੂੰ ਰੋਟੀ ਦੇ ਸਕਦੇ ਹਾਂ। ਪਰ ਫਿਰ ਉਹ ਮੇਰੀ ਜਿੱਦ ਅੱਗੇ ਹਾਰ ਗਏ। ਉਹਨਾਂ ਨੇ ਇਜਾਜ਼ਤ ਦੇ ਦਿੱਤੀ। ਫਿਰ ਉਹਨਾਂ ਨੇ ਮੇਰਾ ਸਾਥ ਦਿੱਤਾ। ਕੋਸ਼ਿਸ਼ ਕਰਨ ਤੋਂ ਬਾਅਦ ਮੈਨੂੰ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ। ਉਹ ਸਕੂਲ ਮੇਰੇ ਘਰ ਤੋਂ 10 ਮਿੰਟ ਦੀ ਦੂਰੀ 'ਤੇ ਸੀ। ਇਹ ਸਾਰਾ ਕੰਮ ਇੰਨੀ ਜਲਦੀ ਹੋ ਗਿਆ ਕਿ ਮੈਨੂੰ ਪਤਾ ਹੀ ਨਾ ਲੱਗਾ ਕਿ ਰੱਬ ਨੇ ਮੇਰੇ ਲਈ ਸਭ ਕੁਝ ਆਸਾਨ ਕਰ ਦਿੱਤਾ ਹੈ। ਮੈਂ ਮਾਂ ਬਣਨ ਜਾ ਰਹੀ ਹਾਂ। ਜਦੋਂ ਇਹ ਗੱਲ ਉਸ ਤੱਕ ਪਹੁੰਚੀ ਤਾਂ ਉਹ ਮੈਨੂੰ ਲੈਣ ਆਇਆ। ਮੈਂ ਉਸ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਮੇਰੇ ਦਿਲ ਵਿੱਚ ਉਸ ਲਈ ਕੋਈ ਥਾਂ ਨਹੀਂ, ਕਿਉਂਕਿ ਉਹ ਮੇਰੇ ਲਈ ਨਹੀਂ ਸਗੋਂ ਆਪਣੇ ਬੱਚੇ ਲਈ ਆਇਆ ਸੀ। ਅਤੇ ਮੈਂ ਉਸੇ ਬੱਚੇ ਲਈ ਇੰਨਾ ਵੱਡਾ ਫੈਸਲਾ ਲਿਆ ਸੀ ਕਿ ਮੈਂ ਇਕੱਲੀ ਰਹਾਂਗੀ। ਮੈਨੂੰ ਅਜੇ ਵੀ ਯਾਦ ਹੈ ਕਿ ਉਹ ਮੇਰੇ ਘਰ ਆਇਆ ਸੀ। 10 ਵਾਰ ਮੈਨੂੰ ਲੈਣ ਜਾਣ ਲਈ ਬੇਨਤੀ ਕੀਤੀ ਸੀ, ਪਰ ਮੈਂ ਆਪਣੇ ਫੈਸਲੇ 'ਤੇ ਕਾਇਮ ਰਹੀ, ਕਿਉਂਕਿ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਦੇ ਨਾਲ ਨਹੀਂ ਜਾਵਾਂਗੀ। ਫਿਰ ਉਹ ਦਿਨ ਆਇਆ ਜਦੋਂ ਰੱਬ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਮ ਮੈਂ ਸ਼ਹਿਜ਼ਾਦ ਰੱਖਿਆ। ਉਹ ਬਹੁਤ ਪਿਆਰਾ ਸੀ। ਮੇਰਾ ਬੇਟਾ ਮੇਰੀ ਦੁਨੀਆ ਸੀ। ਲੋਕ ਕਹਿੰਦੇ ਮਾਂ ਆਪਣੇ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਉਹ ਮੇਰੀ ਅੱਖ ਦਾ ਤਾਰਾ ਸੀ, ਮੇਰੀ ਦੁਨੀਆ, ਸਭ ਕੁਝ ਉਹੀ ਸੀ। ਜਦੋਂ ਸ਼ਹਿਜ਼ਾਦ ਦਾ ਜਨਮ ਹੋਇਆ ਤਾਂ ਉਹ ਦੁਬਾਰਾ ਉਸ ਨੂੰ ਦੇਖਣ ਆਇਆ, ਪਰ ਮੈਂ ਆਪਣੇ ਬੇਟੇ ਨੂੰ ਦੇਖਣ ਨਹੀਂ ਦਿੱਤਾ। ਉਹ ਮੇਰੇ ਪੈਰਾਂ 'ਤੇ ਡਿੱਗ ਪਿਆ। ਕਿਰਪਾ ਕਰਕੇ ਮੈਨੂੰ ਇੱਕ ਵਾਰ ਮੇਰੇ ਪੁੱਤਰ ਨੂੰ ਦੇਖਣ ਦਿਓ। ਪਰ ਮੈਨੂੰ ਵੀ ਉਹ ਦਿਨ ਯਾਦ ਸੀ ਜਦੋਂ ਉਸਦੇ ਪੈਰ ਫੜ ਕੇ ਮੈਂ ਮਿੰਨਤਾਂ ਕੀਤੀਆਂ ਸਨ ਕਿ ਕਿਰਪਾ ਕਰਕੇ ਤੀਜਾ ਵਿਆਹ ਨਾ ਕਰੋ। ਉਸ ਸਮੇਂ ਉਸਨੇ ਸਾਰੇ ਪਰਿਵਾਰ ਦੇ ਸਾਹਮਣੇ ਮੇਰਾ ਅਪਮਾਨ ਕੀਤਾ ਸੀ, ਮੇਰੇ ਮਾਤਾ ਪਿਤਾ ਨੂੰ ਜਲੀਲ ਕੀਤਾ ਸੀ। ਤਾਂ ਮੈਂ ਉਸਨੂੰ ਕਿਵੇਂ ਦੇਖਣ ਦੇ ਸਕਦੀ ਸੀ ਆਪਣੇ ਪੁੱਤਰ ਨੂੰ? ਮੇਰਾ ਬੇਟਾ ਮੇਰੇ ਲਈ ਸਭ ਕੁਝ ਸੀ। ਅਤੇ ਫਿਰ ਤੀਸਰੀ ਪਤਨੀ ਤੋਂ ਵੀ ਉਸਨੂੰ ਬੱਚਾ ਨਾ ਮਿਲਿਆ। ਇਸ ਲਈ ਉਸਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਵਾਪਸ ਆ ਜਾਵਾਂ ਜਾਂ ਮੇਰਾ ਪੁੱਤਰ ਮੇਰੇ ਕੋਲ ਵਾਪਸ ਆ ਜਾਵੇ। ਮੈਨੂੰ ਉਸਨੇ ਕੋਰਟ ਕਚਹਿਰੀ ਵਿੱਚ ਘੁੰਮਣ ਲਈ ਮਜਬੂਰ ਕੀਤਾ, ਪਰ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਕਿ ਮੇਰੇ ਭਰਾਵਾਂ ਨੇ ਮੇਰੇ ਲਈ ਇੱਕ ਵਧੀਆ ਘਰ ਬਣਵਾਇਆ ਅਤੇ ਮੇਰੇ ਪਿਤਾ ਅਤੇ ਭਰਾਵਾਂ ਨੇ ਮੈਨੂੰ ਜਾਇਦਾਦ ਵਿੱਚੋਂ ਬਰਾਬਰ ਦਾ ਹਿੱਸਾ ਵੀ ਦਿੱਤਾ, ਜੋ ਮੈਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਮੈਨੂੰ ਜ਼ਮੀਨ ਨਹੀਂ ਚਾਹੀਦੀ ਸੀ। ਮੈਨੂੰ ਮੇਰੇ ਭਰਾ ਪਿਆਰੇ ਸਨ। ਉਹਨਾਂ ਨੇ ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਿਆ। ਭਰਾਵਾਂ ਨੇ ਮੈਨੂੰ ਸਮਝਾਇਆ ਅਤੇ ਸਾਡੀਆਂ ਸ਼ਹਿਰ ਵਿੱਚ 8 ਦੁਕਾਨਾਂ ਸੀ, ਉਹ ਮੇਰੇ ਨਾਂ ਕਰ ਦਿੱਤੀਆਂ। ਮੈਨੂੰ ਉਹਨਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਪਿਆ। ਅੱਜ 40 ਸਾਲ ਹੋ ਗਏ ਹਨ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਸਭ ਕੁਝ ਰੱਬ ਦਾ ਦਿੱਤਾ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪਰ ਮੈਂ ਕਈ ਵਾਰ ਸੋਚਦੀ ਹਾਂ ਕਿ ਜੇ ਮੈਂ ਉਸਦੇ ਨਾਲ ਗਈ ਹੁੰਦੀ ਤਾਂ ਮੈਨੂੰ ਨਹੀਂ ਪਤਾ ਮੇਰੀ ਜ਼ਿੰਦਗੀ ਕਿਹੋ ਜਿਹੀ ਹੁੰਦੀ। ਪਤਾ ਨਹੀਂ ਮੈਂ ਇੰਨੀ ਖੁਸ਼ ਹੁੰਦੀ ਜਾਂ ਨਹੀਂ। ਦੋਸਤੋ, ਮੇਰੇ ਇਸ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਨਾ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਧੰਨਵਾਦ।